ਹੈਲੋ एवरीवन ਵੈਲਕਮ ਟੂ ਸਟਰੀ ਸ਼ੌਕਤ ਸ਼ੇਅਰ ਸਟੱਡੀ ਬਿਕਮਸ ਈਜ਼ੀਅਰ। ਤਾਂ ਆਪਾਂ ਤੁਹਾਨੂੰ ਪਤਾ ਹੈ ਜਨਰਲ ਇੰਗਲਿਸ਼ ਗ੍ਰਾਮਰ ਦੀ ਇੱਕ ਸੀਰੀਜ਼ ਜਿਹੜੀ ਸ਼ੁਰੂ ਕੀਤੀ ਹੋਈ ਹੈ ਜਿਹੜੀ ਕਿ ਸਾਰੇ ਹੀ ਪੰਜਾਬ ਦੇ ਜਿੰਨੇ ਵੀ ਗਵਰਨਮੈਂਟ ਐਗਜ਼ਾਮਸ ਹੈਗੇ ਸਾਰੇ ਲਈ ਹੈਲਪਫੁਲ ਰਹਿਣ ਵਾਲੀ ਹੈ। ਚਾਹੇ ਉਹ NTT ਦਾ ਐਗਜ਼ਾਮ ਹੋਵੇ, ਚਾਹੇ ETT ਦਾ ਹੋਵੇ, ਚਾਹੇ ਮਾਸਟਰ ਕੈਡਰ ਦਾ ਹੋਵੇ ਜਾਂ ਪਟਵਾਰੀ ਦਾ ਹੋਵੇ, PS ਟੈਟ CTET, ਜਿੰਨੇ ਵੀ ਆਲ ਪੰਜਾਬ ਗਵਰਨਮੈਂਟ ਐਗਜ਼ਾਮਸ ਹੈ ਜਿੱਥੇ ਇੰਗਲਿਸ਼ ਆਉਂਦੀ ਹੈ ਉੱਥੇ ਜਨਰਲ ਇੰਗਲਿਸ਼ ਗ੍ਰਾਮਰ ਜਿਹੜੀ ਹੈ ਉਹ ਸਾਰੀ ਹੈਲਪਫੁਲ ਰਹੇਗੀ। ਚਾਹੇ ਉਹ ਬੈਂਕਿੰਗ ਐਗਜ਼ਾਮਸ ਹੈਗੇ ਆ, ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਹੈ ਸਾਰੇ ਕਿਤੇ ਹੈਲਪਫੁਲ ਰਹਿਣ ਵਾਲੀ ਹੈ। ਜਿਹਦੇ ਵਿੱਚ ਆਪਾਂ ਸੈਕਿੰਡ ਜਿਹੜੀ ਆਪਾਂ ਆਪਣੀ ਵੀਡੀਓ ਲੈ ਕੇ ਆਏ ਹਾਂ ਜਿਹਦਾ ਕੌਨਸੈਪਟ ਜਾਂ ਜਿਹਦਾ ਟੌਪਿਕ ਰਹੇਗਾ ਪਾਰਟਸ ਆਫ ਸੈਂਟੈਂਸਿਸ। ਇਸ ਤੋਂ ਪਹਿਲਾਂ ਆਪਾਂ ਇੱਕ ਜਿਹੜੀ ਵੀਡੀਓ ਕਰ ਚੁੱਕੇ ਹਾਂ ਜਿਸ ਦੇ ਵਿੱਚ ਆਪਾਂ ਸੈਂਟੈਂਸ ਨੂੰ ਸਮਝਿਆ ਸੀ ਅਤੇ ਨਾਲ ਹੀ ਸੈਂਟੈਂਸ ਸਟਰਕਚਰ ਨੂੰ ਸਮਝਿਆ ਸੀ। ਜੇ ਤੁਹਾਨੂੰ ਉਹ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਜ਼ਰੂਰ ਦੇਖੋ ਕਿਉਂਕਿ ਉਹ ਬਹੁਤ ਜ਼ਿਆਦਾ ਹੈਲਪਫੁਲ ਹੈ ਉਹਨਾਂ ਲਈ ਵੀ ਜੋ ਆਪਣੀ ਇੰਗਲਿਸ਼ ਨੂੰ ਇੰਪਰੂਵ ਕਰਨਾ ਚਾਹੁੰਦੇ ਆ, ਜੋ ਆਪਣੀ ਸਪੀਕਿੰਗ ਨੂੰ ਇੰਪਰੂਵ ਕਰਨਾ ਚਾਹੁੰਦੇ ਕਿ ਉਹ ਫਲੂਐਂਟ ਨਹੀਂ ਜਿਹੜਾ ਬੋਲ ਪਾਉਂਦੇ ਜਾਂ ਫਿਰ ਕੌਨਫੀਡੈਂਟਲੀ ਨਹੀਂ ਬੋਲ ਪਾਉਂਦੇ ਜਾਂ ਬੋਲਣ ਲੱਗੇ ਕੁਝ ਗਲਤੀਆਂ ਕਰ ਲੈਂਦੇ ਕਿਉਂਕਿ ਉਹਨਾਂ ਨੂੰ ਸੈਂਟੈਂਸ ਨਹੀਂ ਬਣਾਉਣਾ ਹੁੰਦਾ। ਤਾਂ ਉਹਨਾਂ ਲਈ ਵੀ ਉਹ ਜਿਹੜੀ ਵੀਡੀਓ ਬਹੁਤ ਹੈਲਪਫੁਲ ਰਹਿਣ ਵਾਲੀ ਹੈ। ਅਤੇ ਅੱਜ ਦੀ ਆਪਣੀ ਵੀਡੀਓ ਦਾ ਟੌਪਿਕ ਹੈ ਜੀ ਪਾਰਟਸ ਆਫ ਸੈਂਟੈਂਸ, ਯਾਨੀ ਕਿ ਸੈਂਟੈਂਸ ਨੂੰ ਤੋੜ ਕੇ ਉਹਦੇ ਵਿੱਚ ਜਿਹੜੇ ਪਾਰਟਸ ਹੈਗੇ ਆ ਉਹਨਾਂ ਨੂੰ ਇਕੱਲੇ ਪਾਰਟਸ ਨੂੰ ਆਪਾਂ ਚੰਗੀ ਤਰ੍ਹਾਂ ਸਮਝਾਂਗੇ ਕਿ ਸੈਂਟੈਂਸ ਦੇ ਵਿੱਚ ਕਿਹੜੇ ਪਾਰਟਸ ਹੁੰਦੇ ਆ। ਤਾਂ ਸ਼ੁਰੂ ਕਰਦੇ ਆਪਣੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਵੀਡੀਓਜ਼ ਦੀ ਅਪਡੇਟ ਜਿਹੜੀ ਨੋਟੀਫਿਕੇਸ਼ਨ ਹੈ ਉਹ ਟਾਈਮ ਸਿਰ ਮਿਲ ਜਾਏਗੀ। ਤਾਂ ਸ਼ੁਰੂ ਕਰਦੇ ਜੀ ਵੀਡੀਓ ਨੂੰ। ਹਾਂਜੀ, ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਨ ਲੱਗਿਆ ਪਾਰਟਸ ਆਫ ਸੈਂਟੈਂਸਿਸ। ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣੇ ਸਾਹਮਣੇ ਜਿਹੜਾ ਚਾਰਟ ਬਣਿਆ ਹੋਇਆ ਕਿ ਸੈਂਟੈਂਸ ਦੇ ਜਿਹੜੇ ਹੈ ਅਗਰ ਉਹਨਾਂ ਨੂੰ ਆਪਾਂ ਡਿਵਾਈਡ ਕਰੀਏ ਤਾਂ ਸੈਂਟੈਂਸ ਦੇ ਦੋ ਪਾਰਟਸ ਬਣਦੇ ਆ। ਸਭ ਤੋਂ ਪਹਿਲਾ ਪਾਰਟ ਦਾ ਨਾਮ ਹੈ ਸਬਜੈਕਟ ਅਤੇ ਦੂਸਰੇ ਦਾ ਨਾਮ ਹੈ ਪ੍ਰੈਡੀਕੇਟ। ਯੈਸ, ਪਹਿਲੇ ਪਾਰਟ ਨੂੰ ਅਸੀਂ ਕਹਿੰਦੇ ਹਾਂ ਸਬਜੈਕਟ, ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਉਦੇਸ਼, ਅਤੇ ਦੂਸਰਾ ਪਾਰਟ ਜਿਹੜਾ ਹੈਗਾ ਉਸਨੂੰ ਕਹਿੰਦੇ ਆ ਪ੍ਰੈਡੀਕੇਟ, ਜਿਸ ਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਜੀ ਵਿਧੇ। ਉਦੇਸ਼ ਅਤੇ ਵਿਧੇ ਬਿਲਕੁਲ ਪੰਜਾਬੀ ਗ੍ਰਾਮਰ ਜਿਨ੍ਹਾਂ ਨੇ ਆਲਰੇਡੀ ਪੜ੍ਹੀ ਹੋਈ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਏਗਾ ਉਦੇਸ਼ ਵਿਧੇ ਕੀ ਹੈ। ਬਾਕੀ ਨਹੀਂ, ਮੈਂ ਤੁਹਾਨੂੰ ਉਰੇ ਸਾਰਾ ਕੁਝ ਕਲੀਅਰ ਕਰਨ ਵਾਲੀ ਹਾਂ। ਤਾਂ ਉਹ ਸੈਂਟੈਂਸ ਦੇ ਦੋ ਪਾਰਟ ਹੁੰਦੇ ਆ। ਇੱਕ ਪਾਰਟ ਨੂੰ ਆਪਾਂ ਕਹਿੰਦੇ ਹਾਂ ਸਬਜੈਕਟ, ਪਹਿਲੇ ਪਾਰਟ ਨੂੰ ਆਪਾਂ ਕਹਿ ਦਿੰਦੇ ਹਾਂ ਸਬਜੈਕਟ, ਅਤੇ ਦੂਸਰੇ ਪਾਰਟ ਨੂੰ ਆਪਾਂ ਕਹਿ ਦਿੰਦੇ ਹਾਂ ਪ੍ਰੈਡੀਕੇਟ। ਨਾ ਉਹ ਸਬਜੈਕਟ ਕਿਹੜਾ ਹੁੰਦਾ ਪਹਿਲਾਂ ਤਾਂ ਆਪਾਂ ਨੂੰ ਥੋੜ੍ਹਾ ਜਿਹਾ ਐਗਜ਼ਾਮਪਲ ਨਾਲ ਸਮਝਦੇ ਹਾਂ, ਫਿਰ ਮੈਂ ਤੁਹਾਨੂੰ ਥਰੂ ਡੈਫੀਨੇਸ਼ਨ ਸਮਝਾਵਾਂਗੀ। ਤਾਂ ਜਿਵੇਂ ਮੰਨ ਲਓ ਆਪਣੇ ਕੋਲ ਸੈਂਟੈਂਸ ਹੈਗਾ, ਫਸਟ ਸੈਂਟੈਂਸ ਤੁਸੀਂ ਦੇਖ ਸਕਦੇ ਹੋ ਜੌਨ ਇਜ਼ ਪਲੇਇੰਗ। ਤਾਂ ਜੌਨ ਇਜ਼ ਪਲੇਇੰਗ ਜੋ ਹੈ, ਜੌਨ ਕਿਆ ਹੈ, ਇੱਕ ਪਰਸਨ ਦਾ ਨੇਮ ਹੈ। ਤਾਂ ਜੌਨ ਬਾਰੇ ਗੱਲ ਚੱਲ ਰਹੀ ਹੈ, ਜੌਨ ਕਿਆ ਹੋ ਗਿਆ, ਇਜ਼ ਦਾ ਸਬਜੈਕਟ ਹੋ ਗਿਆ, ਅਤੇ ਇਜ਼ ਪਲੇਇੰਗ ਜਿਹੜਾ ਹੈ ਆਹ ਵਾਲਾ ਜਿਹੜਾ ਹੈ ਇਹ ਵਾਲਾ ਪਾਰਟ ਹੈ ਸੈਂਟੈਂਸ ਦਾ ਉਹ ਹੋ ਗਿਆ ਪ੍ਰੈਡੀਕੇਟ। ਇਸੇ ਤਰ੍ਹਾਂ ਸੈਕਿੰਡ ਸੈਂਟੈਂਸ ਆਪਣੇ ਕੋਲ ਜਸ ਇਜ਼ ਡਰਾਈਵਿੰਗ ਅ ਕਾਰ। ਤਾਂ ਜਸ ਜੋ ਹੈ, ਜਸ ਕੀ ਹੈ, ਇਹ ਸੈਂਟੈਂਸ ਦਾ ਹੋ ਗਿਆ ਸਬਜੈਕਟ, ਅਤੇ ਇਜ਼ ਡਰਾਈਵਿੰਗ ਏ ਕਾਰ ਜਿਹੜਾ ਹੈ ਉਹ ਕੀ ਰਹੇਗਾ ਸਾਡਾ ਪ੍ਰੈਡੀਕੇਟ। ਅਤੇ ਇਸੇ ਤਰ੍ਹਾਂ ਅਗਲਾ ਸੈਂਟੈਂਸ ਆਪਣੇ ਕੋਲ ਰੀਆ ਇਜ਼ ਰੀਡਿੰਗ ਅ ਬੁੱਕ। ਅਤੇ ਇਸ ਸੈਂਟੈਂਸ ਦਾ ਪਹਿਲਾ ਪਾਰਟ ਜੋ ਹੈ ਰੀਆ ਕੀ ਹੋਏਗਾ ਸਬਜੈਕਟ, ਅਤੇ ਬਾਕੀ ਦਾ ਜਿਹੜਾ ਪਾਰਟ ਰਹਿ ਗਿਆ ਸੈਂਟੈਂਸ ਦਾ ਇਜ਼ ਰੀਡਿੰਗ ਅ ਬੁੱਕ ਇਹ ਹੋਏਗਾ ਪ੍ਰੈਡੀਕੇਟ। ਤਾਂ ਸਬਜੈਕਟ ਔਰ ਪ੍ਰੈਡੀਕੇਟ ਦੋ ਪਾਰਟਸ ਹੁੰਦੇ ਆ ਸੈਂਟੈਂਸ ਦੇ। ਪਹਿਲਾ ਪਾਰਟ ਸਬਜੈਕਟ ਜਿਸ ਨੂੰ ਉਦੇਸ਼ ਕਹਿੰਦੇ ਆ, ਲਾਈਕ ਮੋਸਟਲੀ ਇਹ ਜੋ ਆਪਣਾ ਸੈਂਟੈਂਸ ਹੁੰਦਾ ਉਹਦੇ ਪਹਿਲਾਂ ਅੱਗੇ ਵਾਲਾ ਜਿਹੜਾ ਪਾਰਟ ਹੁੰਦਾ ਉਸਨੂੰ ਆਪਾਂ ਕਹਿ ਦਿੰਦੇ ਹਾਂ ਸਬਜੈਕਟ। ਜੌਨ ਇਜ਼ ਪਲੇਇੰਗ, ਤਾਂ ਇਹਦੇ ਵਿੱਚ ਜੌਨ ਜੋ ਸਭ ਤੋਂ ਪਹਿਲਾਂ ਸੀਗਾ ਉਹ ਸਬਜੈਕਟ ਸੀ। ਇਸੇ ਤਰ੍ਹਾਂ ਜਸ ਇਜ਼ ਡਰਾਈਵਿੰਗ ਅ ਕਾਰ, ਜਸ ਜੋ ਫਸਟ ਪਾਰਟ ਹੈਗਾ ਸੈਂਟੈਂਸ ਦਾ ਉਹ ਆਪਣਾ ਸਬਜੈਕਟ ਬਣੇਗਾ। ਇਸੇ ਤਰ੍ਹਾਂ ਰੀਆ ਇਜ਼ ਰੀਡਿੰਗ ਅ ਬੁੱਕ, ਤਾਂ ਰੀਆ ਜਿਹੜਾ ਹੈ ਇਸ ਸੈਂਟੈਂਸ ਦੇ ਵਿੱਚ ਆਪਣਾ ਸਬਜੈਕਟ ਰਹੇਗਾ। ਇਸੇ ਤਰ੍ਹਾਂ ਜੋ ਲਾਸਟ ਪਾਰਟ ਹੈਗਾ ਸੈਂਟੈਂਸ ਦਾ ਇਜ਼ ਪਲੇਇੰਗ, ਇਜ਼ ਡਰਾਈਵਿੰਗ ਅ ਕਾਰ, ਇਜ਼ ਰੀਡਿੰਗ ਅ ਬੁੱਕ, ਇਹ ਤਿੰਨੋਂ ਪਾਰਟਸ ਜਿਹੜੇ ਹੈਗੇ ਨੇ ਇਹ ਬਣਨਗੇ ਸਾਡੇ ਪ੍ਰੈਡੀਕੇਟ। ਤਾਂ ਸੈਂਟੈਂਸ ਦੇ ਮੇਨਲੀ ਦੋ ਪਾਰਟ ਹੁੰਦੇ ਆ, ਦੋ ਪਾਰਟਸ ਦੇ ਵਿੱਚ ਸੈਂਟੈਂਸ ਡਿਵਾਈਡ ਕੀਤਾ ਜਾਂਦਾ ਹੈ, ਸਬਜੈਕਟ ਦੇ ਵਿੱਚ ਅਤੇ ਪ੍ਰੈਡੀਕੇਟ ਦੇ ਵਿੱਚ। ਹੁਣ ਇਹਨਾਂ ਨੂੰ ਡਿਟੇਲ ਦੇ ਵਿੱਚ ਆਪਾਂ ਸਮਝਦੇ ਹਾਂ। ਹਾਂਜੀ, ਸਭ ਤੋਂ ਪਹਿਲਾ ਪਾਰਟ ਹੈਗਾ ਆਪਣੇ ਕੋਲ ਸਬਜੈਕਟ। ਤਾਂ ਸਬਜੈਕਟ ਕਿਹੜਾ ਹੁੰਦਾ, ਇਟ ਇਜ਼ ਅ ਪਰਸਨ ਔਰ ਅ ਥਿੰਗ। ਇਹ ਕੀ ਹੈ, ਪਰਸਨ ਵੀ ਹੋ ਸਕਦਾ, ਕੋਈ ਚੀਜ਼ ਵੀ ਹੋ ਸਕਦੀ ਹੈ। ਅਬਾਊਟ ਹੂਮ ਦਾ ਸਟੇਟਮੈਂਟ ਇਜ਼ ਮੇਡ, ਅਬਾਊਟ ਹੂਮ ਦਾ ਸਟੇਟਮੈਂਟ ਇਜ਼ ਮੇਡ। ਤਾਂ ਇੱਕ ਐਸਾ ਪਾਰਟ ਸੈਂਟੈਂਸ ਦਾ ਜਿਸ ਦੇ ਵਿੱਚ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਜਿਹੜਾ ਪੂਰਾ ਸਟੇਟਮੈਂਟ ਹੈ ਉਹ ਕਿਸ ਦੇ ਬਾਰੇ ਬਣਾਇਆ ਜਾ ਰਿਹਾ ਉਹ ਹੁੰਦਾ ਉਸ ਸੈਂਟੈਂਸ ਦਾ ਸਬਜੈਕਟ। ਯਾਨੀ ਕਿ ਕਦੇ ਸਾਡੇ ਸਾਹਮਣੇ ਸੈਂਟੈਂਸ ਲਿਖਿਆ ਹੋਇਆ ਹੋਵੇ, ਉਸ ਸੈਂਟੈਂਸ ਦੇ ਵਿੱਚ ਉਹਨੂੰ ਆਪਾਂ ਜਦੋਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲੇ ਕਿ ਉਹਦੇ ਵਿੱਚ ਜਿਹੜੀ ਸਟੇਟਮੈਂਟ ਦਿੱਤੀ ਗਈ ਆ, ਜਿਸ ਬਾਰੇ ਗੱਲ ਕੀਤੀ ਗਈ ਆ, ਚਾਹੇ ਉਹ ਇੱਕ ਪਰਸਨ ਹੈ ਚਾਹੇ ਕੋਈ ਚੀਜ਼ ਹੈ, ਉਹ ਕਿਹੜਾ ਪਰਸਨ ਜਾਂ ਕਿਹੜੀ ਚੀਜ਼ ਬਾਰੇ ਗੱਲ ਕੀਤੀ ਗਈ ਹੈ, ਉਹ ਪਾਰਟ ਜਿਹੜਾ ਹੋਏਗਾ ਉਹ ਪਰਸਨ ਔਰ ਥਿੰਗ ਜਿਹੜੀ ਹੋਏਗੀ ਉਹ ਬਣੇਗਾ ਸਾਡਾ ਸਬਜੈਕਟ। ਯਾਨੀ ਕਿ ਇੱਕ ਸੈਂਟੈਂਸ ਦੇ ਵਿੱਚ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ, ਚਾਹੇ ਪਰਸਨ ਬਾਰੇ ਗੱਲ ਕੀਤੀ ਜਾਵੇ ਜਾਂ ਕਿਸੇ ਚੀਜ਼ ਬਾਰੇ ਗੱਲ ਕੀਤੀ ਜਾਵੇ, ਜਿਸ ਵੀ ਬਾਰੇ ਗੱਲ ਕੀਤੀ ਜਾਂਦੀ ਹੈ ਉਸਨੂੰ ਉਸ ਸੈਂਟੈਂਸ ਦਾ ਸਬਜੈਕਟ ਕਿਹਾ ਜਾਂਦਾ ਹੈ। ਤਾਂ ਸਬਜੈਕਟ ਕੀ ਹੋਏਗਾ ਕਿਸੇ ਸੈਂਟੈਂਸ ਦਾ, ਜਿਸ ਦੇ ਬਾਰੇ ਪੂਰੇ ਸੈਂਟੈਂਸ ਦੇ ਵਿੱਚ ਗੱਲ ਕੀਤੀ ਜਾਂਦੀ ਹੈ, ਦੱਸਿਆ ਜਾਂਦਾ ਹੈ, ਉਹਦੇ ਬਾਰੇ ਸਟੇਟਮੈਂਟ ਦਿੱਤੀ ਜਾਵੇ ਕਿ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਤਾਂ ਉਹਦੇ ਬਾਰੇ ਜੋ ਕੁਛ ਵੀ ਇਹ ਸੈਂਟੈਂਸ ਦੇ ਵਿੱਚ ਦਿੱਤਾ ਜਾਂਦਾ ਹੈ। ਤਾਂ ਸਬਜੈਕਟ ਉਹ ਚੀਜ਼ ਹੋਗੀ ਸੈਂਟੈਂਸ ਦੀ ਜਿਸ ਬਾਰੇ ਪੂਰੇ ਸੈਂਟੈਂਸ ਦੇ ਵਿੱਚ ਗੱਲ ਕੀਤੀ ਜਾਂਦੀ ਹੈ। ਸੋ ਸਬਜੈਕਟ ਇਜ਼ ਅ ਪਰਸਨ ਔਰ ਅ ਥਿੰਗ ਅਬਾਊਟ ਹੂਮ ਦਾ ਸਟੇਟਮੈਂਟ ਇਜ਼ ਮੇਡ। ਇਹਦੀ ਆਪਾਂ ਕੁਛ ਐਗਜ਼ਾਮਪਲਸ ਦੇਖ ਸਕਦੇ ਹਾਂ। ਦੇਖੋ, ਪਹਿਲੀ ਐਗਜ਼ਾਮਪਲ ਹੈ ਜੌਨ ਇਜ਼ ਅ ਟੀਚਰ। ਤਾਂ ਜੌਨ ਜੋ ਇੱਕ ਪਰਸਨ ਹੈ ਉਹਦੇ ਬਾਰੇ ਦੱਸਿਆ ਜਾ ਰਿਹਾ ਕਿ ਜੌਨ ਕਿਆ ਹੈ, ਇੱਕ ਟੀਚਰ ਹੈ। ਤਾਂ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਫਸਟ ਸੈਂਟੈਂਸ ਦੇ ਵਿੱਚ, ਤਾਂ ਫਸਟ ਸੈਂਟੈਂਸ ਦੇ ਵਿੱਚ ਜੌਨ ਬਾਰੇ ਗੱਲ ਕੀਤੀ ਜਾ ਰਹੀ ਹੈ। ਤਾਂ ਇੱਥੇ ਸਾਡਾ ਸਬਜੈਕਟ ਜਿਹੜਾ ਰਹੇਗਾ ਉਹ ਹੋਏਗਾ ਜੌਨ। ਇਸੇ ਤਰ੍ਹਾਂ ਸੈਕਿੰਡ ਸੈਂਟੈਂਸ ਦੇ ਵਿੱਚ ਰੀਆ ਇਜ਼ ਅ ਡਾਂਸਰ।
ਰੀਆ ਇਜ਼ ਏ ਡਾਂਸਰ। ਤਾਂ ਕਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ? ਰੀਆ ਬਾਰੇ ਗੱਲ ਕੀਤੀ ਜਾ ਰਹੀ ਹੈ। ਤਾਂ ਇੱਥੇ ਸਾਡਾ ਸਬਜੈਕਟ ਕਿਹੜਾ ਰਹੇਗਾ? ਰੀਆ। ਇਸ ਤਰ੍ਹਾਂ ਥਰਡ ਸਾਡੇ ਪਾਸ ਆ ਜਾਂਦਾ ਸਮਿਥ ਇਜ਼ ਅ ਡਾਕਟਰ। ਤਾਂ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ? ਕਿਸ ਬਾਰੇ ਦੱਸਿਆ ਜਾ ਰਿਹਾ ਕੌਣ ਹੈ ਡਾਕਟਰ? ਤਾਂ ਉਹ ਹੋਏਗਾ ਸਮਿਥ। ਤਾਂ ਜਿਸ ਦੇ ਵਿੱਚ ਜਿਹੜਾ ਹੈ ਕੁਐਸਚਨ ਆ ਜਾਵੇ ਕਿ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ, ਕੌਣ ਹੈ ਸਟੇਟਮੈਂਟ ਦੇ ਵਿੱਚ ਜੋ ਦੱਸਿਆ ਗਿਆ, ਉਹ ਕਿਹਦੇ ਬਾਰੇ ਸਟੇਟਮੈਂਟ ਦਿੱਤੀ ਜਾ ਰਹੀ ਹੈ, ਬਸ ਉਹੀ ਪਾਰਟ ਜਿਹੜਾ ਹੈਗਾ ਸੈਂਟੈਂਸ ਦਾ ਉਹ ਬਣ ਜਾਂਦਾ ਹੈ ਸਬਜੈਕਟ। ਲਾਈਕ ਇੱਥੇ ਕੋਈ ਆਪਣੇ ਪਾਸ ਸੈਂਟੈਂਸ ਸੀਗਾ ਜੌਨ ਇਜ਼ ਅ ਟੀਚਰ। ਅਗਰ ਆਪਾਂ ਇੱਥੇ ਕੁਐਸਚਨ ਬਣਾ ਲਈਏ ਹੂ ਇਜ਼ ਅ ਟੀਚਰ? ਜੌਨ। ਤਾਂ ਜੌਨ ਆਂਸਰ ਆਏਗਾ, ਇਜ਼ ਅ ਸਬਜੈਕਟ। रिया इज़ अ डांसर, हु इज़ अ डांसर? रिया। तो रिया आंसर आएगा, रिया इज़ अ सब्जेक्ट। स्मिथ इज़ अ डॉक्टर, हु इज़ अ डॉक्टर? स्मिथ। तो स्मिथ जिहड़ा हैगा दैट इज़ सब्जेक्ट। तो सब्जेक्ट की हो गया ਉਹ ਸੈਂਟੈਂਸ ਦਾ ਉਹ ਪਾਰਟ ਜਿਹਦੇ ਬਾਰੇ ਪੂਰੇ ਸੈਂਟੈਂਸ ਦੇ ਵਿੱਚ ਗੱਲ ਕੀਤੀ ਜਾਂਦੀ ਹੈ, ਜਿਹਦੇ ਬਾਰੇ ਸਟੇਟਮੈਂਟ ਦਿੱਤੀ ਜਾ ਰਹੀ ਹੈ ਸੈਂਟੈਂਸ ਦੇ ਵਿੱਚ, ਉਸ ਪਾਰਟ ਨੂੰ ਅਸੀਂ ਸਬਜੈਕਟ ਕਹਿੰਦੇ ਹਾਂ। ਹਾਂ, ਜਨਰਲੀ ਇਹ ਜੋ ਹੈ ਸਭ ਤੋਂ ਅੱਗੇ ਲਿਖਿਆ ਹੁੰਦਾ ਸੈਂਟੈਂਸ ਦੇ ਵਿੱਚ, ਬਟ ਜ਼ਰੂਰੀ ਨਹੀਂ ਹੈ। ਸੈਂਟੈਂਸ ਇੱਦਾਂ ਦੇ ਵੀ ਹੁੰਦੇ ਆ ਜਿਹਦੇ ਵਿੱਚ ਸਬਜੈਕਟ ਯਾਨੀ ਕਿ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਉਹ ਸੈਂਟੈਂਸ ਦੇ ਵਿੱਚ ਜਾਂ ਲਾਸਟ ਦੇ ਵਿੱਚ ਹੋ ਸਕਦਾ ਹੈ। ਜਦ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਹੀ ਉਹ ਸਭ ਤੋਂ ਅੱਗੇ ਹੋਏਗਾ, ਲੇਕਿਨ ਹਾਂ ਜਨਰਲੀ ਅੱਗੇ ਹੁੰਦਾ ਹੈ, ਬਟ ਕੁਝ ਸੈਂਟੈਂਸਿਸ ਦੇ ਵਿੱਚ ਉਹ ਪਿੱਛੇ ਵੀ ਹੋ ਸਕਦਾ ਹੈ। ਬਟ ਤੁਸੀਂ ਸੈਂਟੈਂਸ ਨੂੰ ਪੜ੍ਹ ਕੇ ਇਹ ਦੇਖਣਾ ਕਿ ਪੂਰੇ ਸੈਂਟੈਂਸ ਦੇ ਵਿੱਚ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ। ਉਹ ਪਾਰਟ ਜਿਹੜਾ ਹੋਏਗਾ ਸੈਂਟੈਂਸ ਦਾ ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ, ਚਾਹੇ ਉਹ ਪਰਸਨ ਹੈ ਚਾਹੇ ਕੋਈ ਚੀਜ਼ ਹੈ, ਤਾਂ ਉਹ ਕੀ ਹੋਏਗਾ? ਸਬਜੈਕਟ। ਹਾਂਜੀ, ਨੈਕਸਟ ਆਪਾਂ ਪੜ੍ਹਦੇ ਹਾਂ, ਆਪਣੇ ਪਾਸ ਹੈਗਾ ਪ੍ਰੈਡੀਕੇਟ। ਸੈਕਿੰਡ ਪਾਰਟ ਆਫ ਦ ਸੈਂਟੈਂਸ ਪ੍ਰੈਡੀਕੇਟ। ਤਾਂ ਪ੍ਰੈਡੀਕੇਟ ਕੀ ਹੁੰਦਾ? ਦੇਖੋ ਪੂਰੇ ਸੈਂਟੈਂਸ ਦੇ ਵਿੱਚ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਉਹ ਤਾਂ ਆਪਾਂ ਦੇਖ ਲਿਆ ਕਿ ਉਹ ਕੀ ਹੁੰਦਾ? ਸਬਜੈਕਟ। ਹੁਣ ਉਹਦੇ ਬਾਰੇ ਕੀ ਗੱਲ ਕੀਤੀ ਜਾ ਰਹੀ ਹੈ, ਉਹਦੇ ਬਾਰੇ ਕੀ ਦੱਸਿਆ ਜਾ ਰਿਹਾ, ਕੀ ਸਟੇਟਮੈਂਟ ਦਿੱਤੀ ਜਾ ਰਹੀ ਹੈ, ਉਹ ਆਪਣਾ ਕਿਹੜਾ ਬਣ ਜਾਏਗਾ? ਪ੍ਰੈਡੀਕੇਟ, ਜਿਹਨੂੰ ਆਪਾਂ ਪੰਜਾਬੀ 'ਚ ਵਿਧੇ ਕਹਿੰਦੇ ਹਾਂ। ਤਾਂ ਮਤਲਬ ਇਟ ਟੈਲਸ ਵਟ ਦ ਸਬਜੈਕਟ ਡਜ਼ ਔਰ ਇਜ਼। ਤੋ ਮਤਲਬ ਸਾਨੂੰ ਪੂਰੇ ਸੈਂਟੈਂਸ ਦੇ ਵਿੱਚ ਸਬਜੈਕਟ ਬਾਰੇ ਦੱਸਿਆ ਜਾਂਦਾ ਹੈ, ਜੋ ਵੀ ਉਹਦੇ ਬਾਰੇ ਸਟੇਟਮੈਂਟ ਦਿੱਤੀ ਜਾਂਦੀ ਹੈ, ਚਾਹੇ ਉਹ ਦੱਸਿਆ ਜਾਵੇ ਕਿ ਸਬਜੈਕਟ ਕੁਝ ਕਰ ਰਿਹਾ। ਸਬਜੈਕਟ ਡਜ਼ ਦਾ ਮਤਲਬ ਹੋ ਗਿਆ ਕਿ ਉਹਦਾ ਬਾਰੇ ਕੁਝ ਕਰਨਾ, ਕਿ ਸਬਜੈਕਟ ਕੋਈ ਕੰਮ ਕਰ ਰਿਹਾ। ਜਾਂ ਇਜ਼ ਦਾ ਮਤਲਬ ਹੈ ਕਿ ਉਸਦੇ ਬਾਰੇ ਕੋਈ ਸਟੇਟਮੈਂਟ ਦੇਣਾ ਕਿ ਸਬਜੈਕਟ ਜੋ ਹੈ ਉਹ ਇੱਦਾਂ ਦਾ, ਉਹਦੇ ਬਾਰੇ ਕੋਈ ਗੱਲ ਕਹਿਣੀ ਕਿ ਉਹ ਇੱਦਾਂ ਦਾ ਹੈ, ਚਾਹੇ ਉਹ ਕੋਈ ਚੀਜ਼ ਹੈ ਚਾਹੇ ਕੋਈ ਇਨਸਾਨ ਹੈ, ਉਹਦੇ ਬਾਰੇ ਕੋਈ ਸਟੇਟਮੈਂਟ ਦੇਣਾ, ਚਾਹੇ ਉਹਦੇ ਕੰਮ ਬਾਰੇ ਦੱਸਣਾ, ਚਾਹੇ ਉਹਦੇ ਹੋਣ ਬਾਰੇ ਦੱਸਣਾ, ਜਾਂ ਕਿਸ ਤਰ੍ਹਾਂ ਦਾ ਉਹ ਚੀਜ਼ ਹੈ, ਜਾਂ ਕਿਸ ਤਰ੍ਹਾਂ ਦਾ ਉਹ ਇਨਸਾਨ ਹੈ, ਜਾਂ ਕਿਸ ਤਰ੍ਹਾਂ ਦਾ ਐਨੀਮਲ ਹੈ, ਜੋ ਵੀ ਸਬਜੈਕਟ ਹੈ ਉਸਦੇ ਅਕੋਰਡਿੰਗ ਉਹਦੀ ਜੋ ਸਟੇਟਮੈਂਟ ਦਿੱਤੀ ਜਾ ਰਹੀ ਹੈ ਜਾਂ ਉਹਦੇ ਕੰਮ ਬਾਰੇ ਦੱਸਿਆ ਜਾ ਰਿਹਾ ਹੈ। ਤਾਂ ਜਿਹੜਾ ਵੀ ਰੈਸਟ ਪਾਰਟ ਰਹਿ ਗਿਆ ਸੈਂਟੈਂਸ ਦਾ, ਜਿਸ ਦੇ ਵਿੱਚ ਸਬਜੈਕਟ ਬਾਰੇ ਜੋ ਗੱਲ ਕੀਤੀ ਜਾਂਦੀ ਹੈ, ਉਸ ਪੂਰੀ ਗੱਲ ਨੂੰ, ਉਸ ਪੂਰੀ ਸਟੇਟਮੈਂਟ ਨੂੰ ਅਸੀਂ ਕੀ ਕਹਿੰਦੇ ਹਾਂ? ਪ੍ਰੈਡੀਕੇਟ। ਫੋਰ ਐਗਜ਼ਾਮਪਲ, ਤੁਹਾਨੂੰ ਐਗਜ਼ਾਮਪਲ ਤੋਂ ਅੱਛੀ ਤਰ੍ਹਾਂ ਸਮਝ ਆਏਗਾ। ਜਿਵੇਂ ਫਸਟ ਐਗਜ਼ਾਮਪਲ ਹੈਗੀ ਆਪਣੇ ਪਾਸ, ਜੌਨ ਇਜ਼ ਅ ਟੀਚਰ। ਤਾਂ ਕਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ? ਫੋਕਸ ਕਿਸ 'ਤੇ ਹੈ? ਹੂ ਇਜ਼ ਅ ਟੀਚਰ? ਜੌਨ। ਤਾਂ ਜੌਨ ਆਪਣਾ ਹੋ ਜਾਏਗਾ ਸਬਜੈਕਟ। ਲੇਕਿਨ ਜੌਨ ਕਿਆ ਹੈ, ਉਸਦੇ ਬਾਰੇ ਕੀ ਸਟੇਟਮੈਂਟ ਦਿੱਤੀ ਜਾ ਰਹੀ ਹੈ ਕਿ ਜੌਨ ਕਿਆ ਹੈ? ਉਹ ਇੱਕ ਟੀਚਰ ਹੈ। ਤਾਂ ਇਜ਼ ਅ ਟੀਚਰ। ਤਾਂ ਉਹਦੇ ਬਾਰੇ ਜੋ ਸਟੇਟਮੈਂਟ ਦਿੱਤੀ ਜਾ ਰਹੀ ਹੈ ਪੂਰੇ ਸੈਂਟੈਂਸ ਦੇ ਵਿੱਚ, ਤਾਂ ਉਹ ਕੀ ਹੋਏਗੀ? ਪ੍ਰੈਡੀਕੇਟ। ਤਾਂ ਜਿਹੜਾ ਵੀ ਬਲੂ ਲਾਈਨ ਦੇ ਵਿੱਚ, ਬਲੂ ਕਲਰ ਦੇ ਵਿੱਚ ਜੋ ਲਿਖਿਆ ਹੋਇਆ ਇਜ਼ ਅ ਟੀਚਰ, ਤਾਂ ਇਹ ਕੀ ਹੋਏਗਾ? ਆਪਣਾ ਪ੍ਰੈਡੀਕੇਟ। ਇਸੇ ਤਰ੍ਹਾਂ ਸੈਕਿੰਡ ਐਗਜ਼ਾਮਪਲ, ਰੀਆ ਇਜ਼ ਅ ਡਾਂਸਰ। ਤਾਂ ਹੂ ਇਜ਼ ਅ ਡਾਂਸਰ? ਰੀਆ। ਰੀਆ 'ਤੇ ਫੋਕਸਡ ਹੈ, ਕਿਸ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ? ਰੀਆ ਬਾਰੇ ਗੱਲ ਕੀਤੀ ਜਾ ਰਹੀ ਹੈ। ਰੀਆ ਕੀ ਹੋ ਜਾਏਗਾ? ਸੈਂਟੈਂਸ ਦਾ ਸਬਜੈਕਟ। ਲੇਕਿਨ ਉਸਦੇ ਬਾਰੇ ਕੀ ਗੱਲ ਕੀਤੀ ਜਾ ਰਹੀ ਹੈ, ਕੀ ਦੱਸਿਆ ਜਾ ਰਿਹਾ, ਕੀ ਸਟੇਟਮੈਂਟ ਦਿੱਤੀ ਜਾ ਰਹੀ ਹੈ ਰੀਆ ਬਾਰੇ? ਤਾਂ ਉਹ ਕਿਹਾ ਜਾ ਰਿਹਾ ਕਿ ਉਹ ਇੱਕ ਡਾਂਸਰ ਹੈ। ਤਾਂ ਉਹਦੇ ਬਾਰੇ ਜੋ ਗੱਲ ਕੀਤੀ ਜਾ ਰਹੀ ਹੈ ਇਜ਼ ਏ ਡਾਂਸਰ। ਤਾਂ ਇਹ ਜਿਹੜਾ ਹੋ ਜਾਏਗਾ ਉਹ ਆਪਣਾ ਸੈਂਟੈਂਸ ਦਾ ਬਣੇਗਾ ਪ੍ਰੈਡੀਕੇਟ, ਪੰਜਾਬੀ ਦੇ ਵਿੱਚ ਵਿਧੇ। ਤਾਂ ਰੀਆ ਸਬਜੈਕਟ, ਇਜ਼ ਅ ਡਾਂਸਰ ਪ੍ਰੈਡੀਕੇਟ। ਇਸੇ ਤਰ੍ਹਾਂ ਸਮਿਥ ਇਜ਼ ਅ ਰੀਡਿੰਗ। ਇਸੇ ਤਰ੍ਹਾਂ ਥਰਡ ਸੈਂਟੈਂਸ ਹੈ ਆਪਣੇ ਕੋਲ, ਸਮਿਥ ਇਜ਼ ਰੀਡਿੰਗ ਅ ਬੁੱਕ। ਸਮਿਥ ਇਜ਼ ਰੀਡਿੰਗ ਏ ਬੁੱਕ। ਹੁਣ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ? ਫੋਕਸ ਕਿਸ 'ਤੇ ਹੈ? ਸਾਡਾ ਸਬਜੈਕਟ ਕਿਹੜਾ ਰਹੇਗਾ? ਸਮਿਥ। ਸਮਿਥ ਕਿਆ ਹੋਏਗਾ? ਜਿਸ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਸਬਜੈਕਟ ਰਹੇਗਾ। ਲੇਕਿਨ ਸਮਿਥ ਕੀ ਕਰ ਰਿਹਾ? ਸਮਿਥ ਬਾਰੇ ਕੀ ਦੱਸਿਆ ਜਾ ਰਿਹਾ ਕਿ ਉਹ ਇੱਕ ਬੁੱਕ ਪੜ੍ਹ ਰਿਹਾ ਹੈ, ਇਜ਼ ਰੀਡਿੰਗ ਅ ਬੁੱਕ। ਤਾਂ ਉਹਦੇ ਬਾਰੇ ਜੋ ਸਟੇਟਮੈਂਟ ਦਿੱਤੀ ਜਾ ਰਹੀ ਹੈ ਕਿ ਸਬਜੈਕਟ ਜਿਹੜਾ ਹੈ ਸਾਡਾ ਸਮਿਥ, ਉਹ ਕੀ ਕੰਮ ਕਰ ਰਿਹਾ ਹੈ, ਤਾਂ ਉਹ ਦੱਸਿਆ ਜਾ ਰਿਹਾ ਕਿ ਉਹ ਇੱਕ ਬੁੱਕ ਪੜ੍ਹ ਰਿਹਾ। ਤਾਂ ਸਾਨੂੰ ਉਹਦੇ ਬਾਰੇ ਉਹ ਕੀ ਕੰਮ ਕਰ ਰਿਹਾ, ਉਹਦੇ ਬਾਰੇ ਜੋ ਸਟੇਟਮੈਂਟ ਹੈ ਉਹ ਕਿਹੜੇ ਸ਼ਬਦਾਂ ਤੋਂ ਪਤਾ ਚੱਲ ਰਿਹਾ? ਇਜ਼ ਰੀਡਿੰਗ ਅ ਬੁੱਕ। ਇਹਨਾਂ ਸ਼ਬਦਾਂ ਤੋਂ ਪਤਾ ਚੱਲ ਰਿਹਾ। ਸੋ ਦੈਟਸ ਵਾਈ ਇਜ਼ ਰੀਡਿੰਗ ਅ ਬੁੱਕ ਜਿਹੜਾ ਸਾਡਾ ਪ੍ਰੈਡੀਕੇਟ ਬਣੇਗਾ। ਤਾਂ ਸਮਿਥ ਸਬਜੈਕਟ, ਇਜ਼ ਰੀਡਿੰਗ ਅ ਬੁੱਕ ਪ੍ਰੈਡੀਕੇਟ। ਤਾਂ ਇਸ ਤਰ੍ਹਾਂ ਅਸੀਂ ਸੈਂਟੈਂਸ ਨੂੰ ਦੋ ਪਾਰਟਸ ਦੇ ਵਿੱਚ ਤੋੜਦੇ ਹਾਂ। ਪਹਿਲਾ ਪਾਰਟ ਬਣਦਾ ਆਪਣਾ ਸਬਜੈਕਟ, ਜਿਸ ਦੇ ਬਾਰੇ ਗੱਲ ਕੀਤੀ ਜਾਂਦੀ ਹੈ, ਅਤੇ ਦੂਸਰਾ ਪਾਰਟ ਆਪਣਾ ਬਣਦਾ ਪ੍ਰੈਡੀਕੇਟ, ਜੋ ਗੱਲ ਉਸਦੇ ਬਾਰੇ ਕੀਤੀ ਜਾ ਰਹੀ ਹੈ, ਜੋ ਸਟੇਟਮੈਂਟ ਉਸਦੇ ਬਾਰੇ ਦਿੱਤੀ ਜਾ ਰਹੀ ਹੈ, ਉਹ ਬਣਦਾ ਪ੍ਰੈਡੀਕੇਟ। ਤਾਂ ਦੋ ਪਾਰਟਸ ਹੋ ਗਏ ਸੈਂਟੈਂਸ ਦੇ, ਸਬਜੈਕਟ ਐਂਡ ਪ੍ਰੈਡੀਕੇਟ। ਸਬਜੈਕਟ ਕੀ ਹੁੰਦਾ? ਸਬਜੈਕਟ ਦੇ ਵਿੱਚ, ਸਬਜੈਕਟ ਦੇ ਵਿੱਚ ਕੋਈ ਇੱਕ ਪਰਸਨ ਦਾ ਨੇਮ ਹੋ ਸਕਦਾ ਜਾਂ ਫਿਰ ਕੋਈ ਚੀਜ਼ ਹੋ ਸਕਦੀ ਹੈ ਜਿਸ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ। ਪ੍ਰੈਡੀਕੇਟ ਦੇ ਵਿੱਚ ਉਹ ਗੱਲ ਹੁੰਦੀ ਹੈ ਜਿਸ ਦੇ, ਜੋ ਗੱਲ ਉਸ ਸਬਜੈਕਟ ਬਾਰੇ ਕਹੀ ਜਾ ਰਹੀ ਹੈ। ਹੁਣ ਉਹ ਗੱਲ ਦੇ ਵਿੱਚ ਕੀ ਕੀ ਚੀਜ਼ਾਂ ਹੋ ਸਕਦੀਆਂ ਨੇ? ਦੇਖੋ, ਇਟ ਕੰਟੇਨਸ ਵਰਬ, ਉਸਦੇ ਵਿੱਚ ਵਰਬ ਹੋ ਸਕਦਾ, ਉਸਦੇ ਵਿੱਚ ਡਾਇਰੈਕਟ ਓਬਜੈਕਟ ਹੁੰਦਾ, ਇਨਡਾਇਰੈਕਟ ਓਬਜੈਕਟ ਹੁੰਦਾ, ਅਤੇ ਕੁਛ ਫਰੇਜ਼ਿਸ ਵੀ ਹੁੰਦੇ ਨੇ। ਹੁਣ ਵਰਬ, ਡਾਇਰੈਕਟ ਓਬਜੈਕਟ, ਇਨਡਾਇਰੈਕਟ ਓਬਜੈਕਟ ਜਾਂ ਫਰੇਜ਼ਿਸ ਕੀ ਹੁੰਦੇ ਆ, ਇਸ ਨੂੰ ਆਪਾਂ ਡਿਟੇਲ ਦੇ ਵਿੱਚ ਸਮਝਦੇ ਹਾਂ। ਬਟ ਆਈ ਹੋਪ ਤੁਹਾਨੂੰ ਸਬਜੈਕਟ ਔਰ ਪ੍ਰੈਡੀਕੇਟ ਕੀ ਹੁੰਦਾ ਇਹ ਤੁਹਾਨੂੰ ਸਮਝ ਆ ਗਿਆ ਹੋਣਾ। ਹਾਂਜੀ,
ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਰਬ ਬਾਰੇ ਕਿ ਵਰਬ ਕੀ ਹੁੰਦਾ। ਦੇਖੋ ਵਰਬ ਹੁੰਦਾ ਉਹ ਵਰਡ ਪੂਰੇ ਸੈਂਟੈਂਸ ਦੇ ਵਿੱਚ ਉਹ ਵਰਡ ਜਿਸ ਤੋਂ ਸਾਨੂੰ ਕਿਸੇ ਕੰਮ ਦੇ ਹੋਣ ਬਾਰੇ ਪਤਾ ਚੱਲੇ। ਦੇਖੋ ਅਗਰ ਆਪਾਂ ਗ੍ਰਾਮਰ ਦੇ ਵਿੱਚ ਵਰਬ ਦੀ ਪੂਰੀ ਡਿਟੇਲ ਦੀ ਗੱਲ ਕਰੀਏ ਕਿ ਵਰਬ ਕਿਹੜਾ ਕਿਹੜਾ ਹੁੰਦਾ, ਕਿਸ ਤਰ੍ਹਾਂ ਹੁੰਦੇ ਆ, ਕਿੰਨੇ ਟਾਈਪਸ ਦੇ ਹੁੰਦੇ ਆ, ਤਾਂ ਪੂਰੀ ਡਿਟੇਲ ਵੀਡੀਓਜ਼ ਆਪਾਂ ਆਉਣ ਵਾਲੇ ਵੀਡੀਓਜ਼ ਦੇ ਵਿੱਚ ਜ਼ਰੂਰ ਲੈ ਕੇ ਆਵਾਂਗੇ। ਲੇਕਿਨ ਫਿਲਹਾਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਵਰਬ ਕੀ ਹੁੰਦਾ ਹੈ ਕਿ ਵਰਬ ਉਹ ਵਰਡ ਹੁੰਦਾ ਜਿਸ ਤੋਂ ਸਾਨੂੰ ਸਬਜੈਕਟ ਦੇ ਕੁਝ ਕੰਮ ਕਰਨ ਬਾਰੇ ਪਤਾ ਚੱਲੇ, ਯਾਨੀ ਕਿ ਇੱਕ ਐਸਾ ਵਰਡ ਜੋ ਸਾਨੂੰ ਕਿਸੇ ਐਕਸ਼ਨ ਦੇ ਹੋਣ ਬਾਰੇ ਪਤਾ ਦੱਸੇ ਕਿ ਹਾਂ ਇੱਥੇ ਆਹ ਕੰਮ ਹੋ ਰਿਹਾ ਹੈ। ਤਾਂ ਜਿਹੜੇ ਵਰਡ ਤੋਂ ਸਾਨੂੰ ਕਿਸੇ ਕੰਮ ਦੇ ਹੋਣ ਦਾ ਪਤਾ ਚੱਲੇ ਉਸ ਨੂੰ ਅਸੀਂ ਕਹਿੰਦੇ ਹਾਂ ਵਰਬ। ਫੋਰ ਐਗਜ਼ਾਮਪਲ ਤੁਸੀਂ ਇੱਥੇ ਸੈਕਿੰਡ ਜੋ ਹੈ ਐਗਜ਼ਾਮਪਲ ਦੇਖ ਸਕਦੇ ਹੋ, ਰੀਆ ਰੀਡਸ ਏ ਬੁੱਕ। ਤੋ ਰੀਆ ਰੀਡਸ ਏ ਬੁੱਕ ਦੇ ਵਿੱਚ ਕੀ ਹੈਗਾ, ਦੇਖੋ ਬਰਾਊਨ ਕਲਰ ਦੇ ਵਿੱਚ ਜੋ ਇੱਥੇ ਲਿਖਿਆ ਹੋਇਆ ਰੀਡਸ ਮਤਲਬ ਪੜ੍ਹਨਾ। ਤਾਂ ਕੰਮ ਹੋਣ ਬਾਰੇ ਸਾਨੂੰ ਇਸ ਸ਼ਬਦ ਤੋਂ ਪਤਾ ਚੱਲ ਰਿਹਾ ਰੀਡਸ ਤੋਂ ਕਿ ਕੀ ਹੋ ਰਿਹਾ, ਪੜ੍ਹਨ ਦਾ ਕੰਮ ਹੋ ਰਿਹਾ। ਤਾਂ ਰੀਡਸ ਜਿਹੜਾ ਵਰਡ ਹੋਏਗਾ ਉਹ ਕੀ ਬਣ ਜਾਏਗਾ, ਵਰਬ। ਥਰਡ ਸੈਂਟੈਂਸ ਹੈ ਸਮਿਥ ਬੀਟਸ ਜੈਜ਼ ਵਿਦ ਸਟਿਕ। ਤਾਂ ਸਮਿਥ ਨੇ ਜੈਜ਼ ਨੂੰ ਸਟਿਕ ਦੇ ਨਾਲ ਮਾਰਿਆ। ਹੁਣ ਮਾਰਨਾ ਕਿਹੜੇ ਵਰਡ ਤੋਂ ਪਤਾ ਚੱਲ ਰਿਹਾ, ਬੀਟਸ ਦਾ ਮਤਲਬ ਕੀ ਹੁੰਦਾ, ਮਾਰਨਾ। ਤਾਂ ਕਿਹੜੇ ਸ਼ਬਦ ਤੋਂ, ਕਿਹੜੇ ਵਰਡ ਤੋਂ ਸਾਨੂੰ ਕੰਮ ਹੋਣ ਬਾਰੇ ਪਤਾ ਚੱਲ ਰਿਹਾ, ਬੀਟਸ ਤੋਂ। ਤਾਂ ਬੀਟਸ ਯਾਨੀ ਕਿ ਬਰਾਊਨ ਕਲਰ ਦੇ ਵਿੱਚ ਜਿਹੜਾ ਸ਼ਬਦ ਲਿਖਿਆ ਹੋਇਆ ਬੀਟਸ, ਇਹ ਕੀ ਹੋ ਜਾਏਗਾ ਸਾਡਾ ਵਰਬ। ਤਾਂ ਐਸੇ ਵਰਡਸ ਜਿਸ ਤੋਂ ਸਾਨੂੰ ਕਿਸੇ ਕੰਮ ਹੋਣ ਬਾਰੇ ਪਤਾ ਚੱਲੇ ਉਹ ਕੀ ਹੁੰਦੇ ਆ, ਵਰਬ ਹੁੰਦੇ ਆ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹਦੇ ਵਿੱਚ ਵਰਬ ਜਿਹੜਾ ਹੈ ਉਹ ਕਿਹੜੇ ਪਾਰਟ ਦੇ ਵਿੱਚ ਹੈ, ਸਬਜੈਕਟ ਦੇ ਵਿੱਚ ਹੈ ਜਾਂ ਪ੍ਰੈਡੀਕੇਟ ਦੇ ਵਿੱਚ ਹੈ। ਪ੍ਰੈਡੀਕੇਟ ਦੇ ਵਿੱਚ ਹੈ ਕਿਉਂਕਿ ਸਬਜੈਕਟ ਤਾਂ ਸਾਡਾ ਰੀ ਹੈ, ਸਮਿਥ ਹੈ। ਲੇਕਿਨ ਰੀਡਸ ਬੀਟਸ ਇਸ ਕਿਹੜੇ ਪਾਰਟ ਦੇ ਵਿੱਚ ਲਿਖੇ ਹੋਏ ਨੇ, ਪ੍ਰੈਡੀਕੇਟ ਦੇ ਵਿੱਚ ਲਿਖੇ ਹੋਏ ਆ। ਸੋ ਪ੍ਰੈਡੀਕੇਟ ਦੇ ਵਿੱਚ ਇੱਕ ਤਾਂ ਵਰਬ ਹੁੰਦਾ, ਪ੍ਰੈਡੀਕੇਟ ਦੇ ਅੱਗੇ ਪ੍ਰੈਡੀਕੇਟ ਦੇ ਪਾਰਟਸ ਹੋ ਗਏ। ਆਪਾਂ ਕਹਿ ਲਓ ਵੀ ਪ੍ਰੈਡੀਕੇਟ ਦੇ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ, ਪ੍ਰੈਡੀਕੇਟ ਦੇ ਵਿੱਚ ਵਰਬ ਹੋ ਸਕਦਾ। ਦੂਸਰੀ ਕਿਹੜੀ ਚੀਜ਼ ਹੁੰਦੀ ਹੈ, ਡਾਇਰੈਕਟ ਓਬਜੈਕਟ। ਹੁਣ ਡਾਇਰੈਕਟ ਓਬਜੈਕਟ ਕੀ ਹੁੰਦਾ, ਹਾਂਜੀ ਆਪਾਂ ਵਰਬ ਜਿਹੜਾ ਉਹ ਦੇਖ ਚੁੱਕੇ ਹਾਂ ਕਿ ਵਰਬ ਜਿਹੜਾ ਉਹ ਕੀ ਹੁੰਦਾ। ਵਰਬ ਤੋਂ ਬਾਅਦ ਆਪਾਂ ਪੜਾਂਗੇ ਡਾਇਰੈਕਟ ਓਬਜੈਕਟ ਕੀ ਹੁੰਦਾ ਜਾਂ ਇਨਡਾਇਰੈਕਟ ਓਬਜੈਕਟ ਕੀ ਹੁੰਦਾ। ਦੇਖੋ ਡਾਇਰੈਕਟ ਓਬਜੈਕਟ ਔਰ ਇਨਡਾਇਰੈਕਟ ਓਬਜੈਕਟ ਕੀ ਹੁੰਦੇ ਆ। ਅਗਰ ਆਪਾਂ ਪਹਿਲਾਂ ਡਾਇਰੈਕਟ ਓਬਜੈਕਟ ਦੀ ਗੱਲ ਕਰ ਲਈਏ ਤਾਂ ਸੈਂਟੈਂਸ ਦੇ ਵਿੱਚ ਕੋਈ ਚੀਜ਼ ਜੋ ਮਤਲਬ ਕਿਸੇ ਚੀਜ਼ ਬਾਰੇ ਦੱਸੇ, ਕੋਈ ਥਿੰਗ ਬਾਰੇ ਦੱਸੇ। ਜੋ ਥਿੰਗ ਹੁੰਦੀ ਹੈ ਜਿਸ ਨੂੰ ਆਪਾਂ ਕਹਿ ਲਈਏ ਨੋਨ ਲਿਵਿੰਗ ਥਿੰਗ ਹੋ ਗਈ, ਤਾਂ ਉਸਨੂੰ ਆਪਾਂ ਡਾਇਰੈਕਟ ਓਬਜੈਕਟ ਕਹਿੰਦੇ ਹਾਂ। ਡਾਇਰੈਕਟ ਓਬਜੈਕਟ ਇਜ਼ ਸਮਥਿੰਗ, ਮਤਲਬ ਕੋਈ ਚੀਜ਼ ਹੁੰਦੀ ਹੈ ਉਸਨੂੰ ਆਪਾਂ ਡਾਇਰੈਕਟ ਓਬਜੈਕਟ ਕਹਿੰਦੇ ਹਾਂ। ਅਤੇ ਸੈਂਟੈਂਸ ਦੇ ਵਿੱਚ ਕੋਈ ਕਿਸੇ ਦਾ ਨੇਮ ਹੈਗਾ, ਕੋਈ ਪਰਸਨ ਹੈ, ਯਾਨੀ ਕਿ ਕੋਈ ਲਿਵਿੰਗ ਥਿੰਗ ਹੈਗੀ ਹੈ, ਉਸਨੂੰ ਆਪਾਂ ਕਹਿੰਦੇ ਹਾਂ ਇਨਡਾਇਰੈਕਟ ਓਬਜੈਕਟ। ਸੈਂਟੈਂਸ ਦੇ ਵਿੱਚ ਡਾਇਰੈਕਟ ਓਬਜੈਕਟ ਹੁੰਦੀ ਹੈ ਕੋਈ ਵੀ ਥਿੰਗ ਯਾਨੀ ਕਿ ਨੋਨ ਲਿਵਿੰਗ ਥਿੰਗ। ਇਨਡਾਇਰੈਕਟ ਓਬਜੈਕਟ ਜਿਹੜੀ ਹੁੰਦੀ ਆ ਉਹ ਹੁੰਦੀ ਹੈ ਲਿਵਿੰਗ ਥਿੰਗ। ਫੋਰ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਸੈਕਿੰਡ ਸੈਂਟੈਂਸ ਦੇ ਵਿੱਚ ਰੀਆ ਰੀਡਸ ਅ ਬੁੱਕ। ਤਾਂ ਬੁੱਕ ਜੋ ਹੈਗੀ ਆ ਉਹ ਕੀ ਹੋ ਗਿਆ, ਉਹ ਨੋਨ ਲਿਵਿੰਗ ਥਿੰਗ ਹੈ, ਦੈਟ ਇਜ਼ ਡਾਇਰੈਕਟ ਓਬਜੈਕਟ। ਠੀਕ ਹੈ। ਜਿਹੜਾ ਥਰਡ ਸੈਂਟੈਂਸ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਸਮਿਥ ਬਾਈਜ਼ ਸਵੀਟਸ ਫॉर ਜੈਜ਼। ਤਾਂ ਸਮਿਥ ਜੋ ਹੈ ਉਹ ਸਵੀਟਸ ਬਾਈ ਕਰਕੇ ਲੈ ਕੇ ਆਇਆ, ਯਾਨੀ ਕਿ ਖਰੀਦ ਕੇ ਲੈ ਕੇ ਆਇਆ, ਕਿਸ ਲਈ, ਜੈਜ਼ ਲਈ। ਤਾਂ ਸਵੀਟਸ ਜੋ ਨੋਨ ਲਿਵਿੰਗ ਥਿੰਗ ਹੈ ਉਹ ਕੀ ਹੋ ਜਾਏਗਾ, ਆਪਣਾ ਡਾਇਰੈਕਟ ਓਬਜੈਕਟ ਹੋ ਜਾਏਗਾ। ਤਾਂ ਬੁੱਕ ਔਰ ਸਵੀਟਸ ਜੋ ਔਰੇਂਜ ਕਲਰ ਦੇ ਵਿੱਚ ਲਿਖੇ ਹੋਏ ਆ ਦੋਨੋਂ ਹੀ ਜਿਹੜੇ ਆ ਉਹ ਕੀ ਹੋ ਜਾਣਗੇ, ਡਾਇਰੈਕਟ ਓਬਜੈਕਟ। ਲੇਕਿਨ ਥਰਡ ਸੈਂਟੈਂਸ ਦੇ ਵਿੱਚ ਦੇਖ ਸਕਦੇ ਹੋ ਸਵੀਟਸ ਕਿਸ ਲਈ ਲੈ ਕੇ ਆਇਆ ਜਾ ਰਿਹਾ, ਫॉर whom, ਕਿਸ ਲਈ ਜਿਹੜੇ ਸਵੀਟਸਾਂ ਲੈ ਕੇ ਆਏ ਜਾ ਰਹੇ ਆ ਉਹ ਜੈਜ਼ ਲਈ ਲੈ ਕੇ ਆਏ ਜਾ ਰਹੇ ਆ। ਅਤੇ ਜੈਜ਼ ਕਿਹੜਾ ਹੋ ਜਾਏਗਾ, ਆਪਣਾ ਹੋਏਗਾ ਇਨਡਾਇਰੈਕਟ ਓਬਜੈਕਟ। ਤਾਂ ਇਨਡਾਇਰੈਕਟ ਓਬਜੈਕਟ ਜਿਹੜਾ ਹੈ ਕਿਸੇ ਦਾ ਨੇਮ ਹੋ ਸਕਦਾ, ਯਾਨੀ ਕਿ ਕੋਈ ਐਸੀ ਚੀਜ਼ ਜੋ ਲਿਵਿੰਗ ਥਿੰਗ ਨੂੰ ਪ੍ਰੈਜੈਂਟ ਕਰੇ ਉਹ ਆਪਣੀ ਹੋ ਜਾਏਗੀ ਇਨਡਾਇਰੈਕਟ ਓਬਜੈਕਟ। ਜੋ ਨੋਨ ਲਿਵਿੰਗ ਥਿੰਗ ਹੈ ਜੋ ਕਿਸੇ ਥਿੰਗ ਨੂੰ ਰਿਪਰੈਜ਼ੈਂਟ ਕਰੇ ਉਹ ਹੋ ਜਾਏਗਾ ਆਪਣਾ ਡਾਇਰੈਕਟ ਓਬਜੈਕਟ। ਤੁਹਾਨੂੰ ਇਸ ਪੈਟਰਨ ਤੋਂ ਚੰਗੀ ਤਰ੍ਹਾਂ ਕਲੀਅਰ ਹੋਏਗਾ। ਦੇਖੋ ਇੱਕ ਸੈਂਟੈਂਸ ਦੇ ਸਟਰਕਚਰ, ਸਿੰਪਲ ਸਟਰਕਚਰ ਆਪਾਂ ਇੱਥੇ ਲਿਖਿਆ। ਸਭ ਤੋਂ ਪਹਿਲਾਂ ਲਿਖਿਆ ਆਪਾਂ ਸਬਜੈਕਟ। ਸੈਂਟੈਂਸ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਸਬਜੈਕਟ ਹੁੰਦਾ, ਉਸ ਤੋਂ ਬਾਅਦ ਹੋਏਗਾ ਵਰਬ, ਅਤੇ ਉਸ ਤੋਂ ਬਾਅਦ ਹੋਏਗਾ ਇਨਡਾਇਰੈਕਟ ਓਬਜੈਕਟ, ਦੈਨ ਡਾਇਰੈਕਟ ਓਬਜੈਕਟ। ਇੱਕ ਸਿੰਪਲ ਸਟਰਕਚਰ ਹੈਗਾ ਇੱਕ ਸੈਂਟੈਂਸ ਦਾ। ਜਿਹੜਾ ਸਬਜੈਕਟ ਹੋਏਗਾ ਇਹ ਫਸਟ ਪਾਰਟ ਹੋ ਗਿਆ ਸੈਂਟੈਂਸ ਦਾ, ਵਰਬ ਪਲੱਸ ਇਨਡਾਇਰੈਕਟ ਓਬਜੈਕਟ ਪਲੱਸ ਡਾਇਰੈਕਟ ਓਬਜੈਕਟ, ਇਹਨੂੰ ਮਿਲਾ ਕੇ ਇਕੱਠਾ ਜਿਹੜਾ ਤਿੰਨਾਂ ਦਾ ਜਿਹੜਾ ਪਾਰਟ ਹੋ ਗਿਆ ਇਹ ਹੋ ਗਿਆ ਜੀ ਆਪਣਾ ਪ੍ਰੈਡੀਕੇਟ। ਪ੍ਰੈਡੀਕੇਟ ਦੇ ਵਿੱਚ ਕਿੰਨੀਆਂ ਚੀਜ਼ਾਂ ਹੋਣਗੀਆਂ, ਵਰਬ, ਇਨਡਾਇਰੈਕਟ ਓਬਜੈਕਟ ਅਤੇ ਡਾਇਰੈਕਟ ਓਬਜੈਕਟ। ਹੁਣ ਇਹਦੇ ਵਿੱਚ ਆਪਾਂ ਇੱਕ ਐਗਜ਼ਾਮਪਲ ਕਰਦੇ ਹਾਂ। ਫੋਰ ਐਗਜ਼ਾਮਪਲ ਜੌਨ ਗਿਵਜ਼ ਹਿਜ਼ ਫਰੈਂਡ ਅ ਗਿਫਟ। ਤਾਂ ਇਹਦੇ ਵਿੱਚ ਜੌਨ ਜੋ ਹੈ ਉਹ ਹੋਏਗਾ ਆਪਣਾ ਸੈਂਟੈਂਸ ਦੇ ਵਿੱਚ ਸਬਜੈਕਟ। ਗਿਵਸ ਮਤਲਬ ਦੇਣਾ, ਜਿਸ ਤੋਂ ਕਿਸੇ ਕੰਮ ਦੇ ਹੋਣ ਬਾਰੇ ਪਤਾ ਚੱਲ ਰਿਹਾ, ਕੋਈ ਐਕਸ਼ਨ ਪਤਾ ਚੱਲ ਰਿਹਾ। ਗਿਵਸ ਜੋ ਹੈ ਉਹ ਹੋਏਗਾ ਵਰਬ। ਹਿਜ਼ ਫਰੈਂਡ ਇਨਡਾਇਰੈਕਟ ਓਬਜੈਕਟ ਹੋਏਗਾ। ਮੈਂ ਤੁਹਾਨੂੰ ਦੱਸਿਆ ਸੀ ਇਨਡਾਇਰੈਕਟ ਓਬਜੈਕਟ ਇੱਕ ਲਿਵਿੰਗ ਪਰਸਨ ਨੂੰ ਜਿਹੜਾ ਲਿਵਿੰਗ ਚੀਜ਼ ਨੂੰ ਰਿਪਰੈਜ਼ੈਂਟ ਕਰਦਾ। ਤਾਂ ਹਿਜ਼ ਫਰੈਂਡ ਜਿਹੜਾ ਹੈ ਉਹ ਇਨਡਾਇਰੈਕਟ ਓਬਜੈਕਟ ਹੋਏਗਾ। ਕੀ ਦਿੱਤਾ ਜਾ ਰਿਹਾ, ਫਰੈਂਡ ਨੂੰ ਇੱਕ ਗਿਫਟ ਦਿੱਤਾ ਜਾ ਰਿਹਾ। ਤਾਂ ਗਿਫਟ ਇੱਕ ਨੋਨ ਲਿਵਿੰਗ ਚੀਜ਼ ਹੋਗੀ, ਤਾਂ ਅ ਗਿਫਟ ਜਿਹੜਾ ਹੋਏਗਾ ਆਪਣਾ ਡਾਇਰੈਕਟ ਓਬਜੈਕਟ ਹੋਏਗਾ। ਤਾਂ ਜੌਨ ਗਿਵਜ਼ ਹਿਜ਼ ਫਰੈਂਡ ਅ ਗਿਫਟ। ਜੌਨ ਗਿਵਜ਼ ਹਿਜ਼ ਫਰੈਂਡ ਅ ਗਿਫਟ, ਦੈਟ ਮੀਨਸ ਜੌਨ ਸਬਜੈਕਟ, ਗਿਵਜ਼ ਵਰਬ, ਹਿਜ਼ ਫਰੈਂਡ ਇਨਡਾਇਰੈਕਟ ਓਬਜੈਕਟ, ਅਤੇ ਗਿਫਟ ਜਿਹੜਾ ਹੋ ਗਿਆ ਆਪਣਾ ਡਾਇਰੈਕਟ ਓਬਜੈਕਟ ਹੋ ਗਿਆ। ਸੈਂਟੈਂਸ ਦੇ ਵਿੱਚ ਇਨਡਾਇਰੈਕਟ ਓਬਜੈਕਟ ਅਤੇ ਡਾਇਰੈਕਟ ਓਬਜੈਕਟ ਦੀ ਜਿਹੜੀ ਆਰਡਰ ਹੈਗਾ, ਯਾਨੀ ਕਿ ਪਹਿਲਾਂ ਕਿਹੜਾ ਹੈਗਾ ਉਸਨੂੰ ਚੇਂਜ ਕੀਤਾ ਜਾ ਸਕਦਾ, ਸਵਿਚ ਕੀਤਾ ਜਾ ਸਕਦਾ। ਫੋਰ ਐਗਜ਼ਾਮਪਲ ਅਗਰ ਆਪਾਂ ਇਨਡਾਇਰੈਕਟ ਓਬਜੈਕਟ ਨੂੰ ਪਿੱਛੇ ਲਿਖਣਾ ਹੋਵੇ ਤਾਂ ਕਿਸ ਤਰ੍ਹਾਂ ਲਿਖਾਂਗੇ, ਜੌਨ ਗਿਵਜ਼ ਅ ਗਿਫਟ ਟੂ ਹਿਜ਼ ਫਰੈਂਡ। ਤਾਂ ਅ ਗਿਫਟ ਜਿਹੜਾ ਹੈ ਡਾਇਰੈਕਟ ਓਬਜੈਕਟ ਜਿਹੜਾ ਹੈਗਾ ਉਹ ਆਪਣਾ ਅੱਗੇ ਆ ਜਾਏਗਾ, ਅਤੇ ਇਨਡਾਇਰੈਕਟ ਓਬਜੈਕਟ ਆਪਾਂ ਪਿੱਛੇ ਲੈ ਜਾਵਾਂਗੇ।
ਇਨਡਾਇਰੈਕਟ ਆਬਜੈਕਟ ਜਦੋਂ ਆਪਾਂ ਪਿੱਛੇ ਲੈ ਕੇ ਜਾਵਾਂਗੇ, ਇੱਕ ਜਿਹੜੀ ਐਕਸਟਰਾ ਤੋਂ ਚੀਜ਼ ਜਿਹੜੀ ਇੱਥੇ ਐਡ ਹੋਏਗੀ, ਜਿਹੜਾ ਪ੍ਰੈਪੋਜੀਸ਼ਨ ਹੈਗੀ ਆ, ਆਪਾਂ ਨੂੰ ਇੱਥੇ ਐਡ ਕਰਨੀ ਪਏਗੀ। ਇੱਥੇ ਆਪਾਂ ਟੂ ਜਿਹੜਾ ਹੈ ਉਹ ਐਡ ਕੀਤਾ ਹੈ। ਜੇ ਆਪਾਂ ਇਨਡਾਇਰੈਕਟ ਆਬਜੈਕਟ ਨੂੰ ਪਿੱਛੇ ਲੈ ਕੇ ਜਾਣਾ ਹੈ ਤਾਂ ਆਪਾਂ ਨੂੰ ਸੈਂਟੈਂਸ ਜਿਹੜਾ ਉਹ ਟੂ ਨਾਲ ਬਣਾਉਣਾ ਪਏਗਾ, ਯਾਨੀ ਕਿ ਇੱਕ ਪ੍ਰੈਪੋਜੀਸ਼ਨ ਜਿਹੜੀ ਇੱਥੇ ਐਡ ਕਰਨੀ ਪਏਗੀ। ਤਾਂ ਇਹ ਜਿਹੜਾ ਹੈ ਇਸ ਤਰ੍ਹਾਂ ਆਪਾਂ ਸੈਂਟੈਂਸ ਦਾ ਸਟਰਕਚਰ ਬਣਾ ਸਕਦੇ ਹਾਂ, ਅਤੇ ਉਹਦੇ ਵਿੱਚ ਆਬਜੈਕਟਸ ਦਾ ਜਿਹੜਾ ਆਰਡਰ ਹੈਗਾ ਉਸਨੂੰ ਆਪਾਂ ਸਵਿਚ ਕਰ ਸਕਦੇ ਹਾਂ, ਚੇਂਜ ਕਰ ਸਕਦੇ ਹਾਂ। ਅਗਰ ਆਪਾਂ ਇਨਡਾਇਰੈਕਟ ਪਹਿਲਾਂ ਲਿਖਣਾ ਹੈ ਤਾਂ ਜੌਨ ਗਿਵਸ ਹਿਜ਼ ਫਰੈਂਡ ਅ ਗਿਫਟ। ਅਗਰ ਇਨਡਾਇਰੈਕਟ ਆਬਜੈਕਟ ਪਿੱਛੇ ਲਿਖਣਾ ਹੈ ਤਾਂ ਜੌਨ ਗਿਵਸ ਅ ਗਿਫਟ ਟੂ ਹਿਜ਼ ਫਰੈਂਡ। ਤਾਂ ਇਸ ਤਰ੍ਹਾਂ ਜਿਹੜਾ ਸੈਂਟੈਂਸ ਦਾ ਸਟਰਕਚਰ ਰਹੇਗਾ। ਡਾਇਰੈਕਟ ਔਰ ਇਨਡਾਇਰੈਕਟ ਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਸਮਝ ਸਕਦੇ ਹਾਂ। ਦੇਖੋ, ਡਾਇਰੈਕਟ ਆਬਜੈਕਟ ਕਿਹੜਾ ਹੁੰਦਾ? ਡਾਇਰੈਕਟ ਆਬਜੈਕਟ ਉਹ ਚੀਜ਼ ਹੁੰਦੀ ਹੈ, ਉਹ ਆਬਜੈਕਟ ਹੁੰਦਾ ਹੈ ਜਿਹੜਾ ਐਕਸ਼ਨ ਨੂੰ ਰਿਸੀਵ ਕਰਦਾ, ਅਤੇ ਇਨਡਾਇਰੈਕਟ ਆਬਜੈਕਟ ਉਹ ਹੁੰਦਾ ਜੋ ਡਾਇਰੈਕਟ ਆਬਜੈਕਟ ਨੂੰ ਰਿਸੀਵ ਕਰਦਾ। ਡਾਇਰੈਕਟ ਆਬਜੈਕਟ, ਡਾਇਰੈਕਟ ਜੋ ਹੈ ਉਹ ਕੌਣ ਹੋਏਗਾ? ਉਹ ਚੀਜ਼ ਹੋਏਗੀ ਜੋ ਸਿੱਧਾ ਸਿੱਧਾ ਐਕਸ਼ਨ ਨੂੰ ਰਿਸੀਵ ਕਰਦਾ ਹੈ। ਹੁਣ ਆਪਾਂ ਇਸ ਸੈਂਟੈਂਸ ਦੇ ਵਿੱਚ ਹੀ ਦੇਖ ਲੈਂਦੇ ਹਾਂ, ਜੌਨ ਗਿਵਸ ਹਿਜ਼ ਫਰੈਂਡ ਅ ਗਿਫਟ। ਤਾਂ ਗਿਵਸ ਯਾਨੀ ਕਿ ਐਕਸ਼ਨ ਹੋ ਗਿਆ, ਦੇਣਾ ਹੋ ਗਿਆ। ਜੌਨ ਦੇ ਰਿਹਾ, ਕੀ ਦੇ ਰਿਹਾ? ਉਹ ਦੇਣਾ ਐਕਸ਼ਨ ਕਿਸ ਚੀਜ਼ ਤੇ ਹੋ ਰਿਹਾ? ਉਹ ਗਿਫਟ ਤੇ ਐਕਸ਼ਨ ਹੋ ਰਿਹਾ ਹੈਗਾ, ਯਾਨੀ ਕਿ ਕਿਸ ਚੀਜ਼ ਨੂੰ ਦਿੱਤਾ ਜਾ ਰਿਹਾ? ਗਿਫਟ ਨੂੰ ਦਿੱਤਾ ਜਾ ਰਿਹਾ। ਤਾਂ ਦੇਣ ਦਾ ਐਕਸ਼ਨ ਕਿਸ ਤੇ ਹੋ ਰਿਹਾ? ਗਿਫਟ ਤੇ। ਤਾਂ ਗਿਫਟ ਜੋ ਹੈ ਉਹ ਦੇਣ ਵਾਲਾ ਜੋ ਐਕਸ਼ਨ ਹੈ ਉਸਨੂੰ ਰਿਸੀਵ ਕਰ ਰਿਹਾ। ਤਾਂ ਉਹ ਚੀਜ਼ ਜੋ ਐਕਸ਼ਨ ਨੂੰ ਰਿਸੀਵ ਕਰਦੀ ਹੈ ਉਹ ਹੋਏਗਾ ਆਪਣਾ ਡਾਇਰੈਕਟ ਆਬਜੈਕਟ। ਦਾ ਡਾਇਰੈਕਟ ਆਬਜੈਕਟ ਉਹ ਹੁੰਦਾ ਜੋ ਐਕਸ਼ਨ ਨੂੰ ਰਿਸੀਵ ਕਰਦਾ। ਹੁਣ ਇਨਡਾਇਰੈਕਟ ਆਬਜੈਕਟ ਕਿਹੜਾ ਹੁੰਦਾ? ਉਹ ਜੋ ਡਾਇਰੈਕਟ ਆਬਜੈਕਟ ਨੂੰ ਰਿਸੀਵ ਕਰਦਾ, ਜਿਸ ਤੇ ਡਾਇਰੈਕਟ ਆਬਜੈਕਟ ਲਗਾਇਆ ਜਾਂਦਾ ਜਾਂ ਦਿੱਤਾ ਜਾਂਦਾ ਜਾਂ ਡਾਇਰੈਕਟ ਆਬਜੈਕਟ ਨੂੰ ਰਿਸੀਵ ਕਰਦਾ। ਤਾਂ ਹੁਣ ਗਿਫਟ ਜੋ ਹੈ ਡਾਇਰੈਕਟ ਆਬਜੈਕਟ ਹੈ, ਉਹ ਕੌਣ ਰਿਸੀਵ ਕਰ ਰਿਹਾ? ਗਿਫਟ ਕਿਸ ਨੂੰ ਦਿੱਤਾ ਜਾ ਰਿਹਾ ਜਾਂ ਗਿਫਟ ਕਿਸ ਦੁਆਰਾ ਲਿਆ ਜਾ ਰਿਹਾ? ਤਾਂ ਫਰੈਂਡ ਦੁਆਰਾ ਲਿਆ ਜਾ ਰਿਹਾ। ਤਾਂ ਹਿਜ਼ ਫਰੈਂਡ ਜੋ ਹੈ ਉਹ ਡਾਇਰੈਕਟ ਆਬਜੈਕਟ ਨੂੰ ਲੈ ਰਿਹਾ, ਤਾਂ ਹਿਜ਼ ਫਰੈਂਡ ਜੋ ਹੋਏਗਾ ਆਪਣਾ ਇਨਡਾਇਰੈਕਟ ਆਬਜੈਕਟ ਹੋਏਗਾ। ਤਾਂ ਇਹ ਵੀ ਇੱਕ ਡੈਫੀਨੇਸ਼ਨ ਹੈ ਡਾਇਰੈਕਟ ਔਰ ਇਨਡਾਇਰੈਕਟ ਆਬਜੈਕਟ ਦੀ। ਸੋ ਡਾਇਰੈਕਟ ਆਬਜੈਕਟ ਉਹ ਜੋ ਐਕਸ਼ਨ ਨੂੰ ਰਿਸੀਵ ਕਰਦਾ ਹੈ, ਇਨਡਾਇਰੈਕਟ ਆਬਜੈਕਟ ਉਹ ਜੋ ਡਾਇਰੈਕਟ ਆਬਜੈਕਟ ਨੂੰ ਰਿਸੀਵ ਕਰਦਾ ਹੈ। ਸੋ ਜੌਨ ਗਿਵਸ ਯਾਨੀ ਕਿ ਦੇਣ ਦਾ ਐਕਸ਼ਨ ਕਿਸ ਤੇ ਹੋ ਰਿਹਾ? ਗਿਫਟ ਤੇ ਹੋ ਰਿਹਾ, ਗਿਫਟ ਨੂੰ ਦਿੱਤਾ ਜਾ ਰਿਹਾ। ਤਾਂ ਗਿਫਟ ਹੋ ਗਿਆ ਆਪਣਾ ਡਾਇਰੈਕਟ ਆਬਜੈਕਟ। ਕਿਸ ਨੂੰ ਦਿਆ ਜਾ ਰਿਹਾ? ਡਾਇਰੈਕਟ ਆਬਜੈਕਟ ਨੂੰ। ਕੌਣ ਰਿਸੀਵ ਕਰ ਰਿਹਾ? ਹਿਜ਼ ਫਰੈਂਡ ਜੋ ਹੈ ਉਹ ਰਿਸੀਵ ਕਰ ਰਿਹਾ ਡਾਇਰੈਕਟ ਆਬਜੈਕਟ ਨੂੰ। ਸੋ ਹਿਜ਼ ਫਰੈਂਡ ਜੋ ਹੋ ਜਾਏਗਾ ਉਹ ਇਨਡਾਇਰੈਕਟ ਆਬਜੈਕਟ ਹੋ ਜਾਏਗਾ। ਤਾਂ ਇਸ ਤਰ੍ਹਾਂ ਵੀ ਤੁਸੀਂ ਸੈਂਟੈਂਸ ਦੇ ਵਿੱਚ ਦੇਖ ਸਕਦੇ ਹੋ ਕਿ ਐਕਸ਼ਨ ਕਿਸ ਤੇ ਹੋ ਰਿਹਾ, ਐਕਸ਼ਨ ਨੂੰ ਕੌਣ ਰਿਸੀਵ ਕਰ ਰਿਹਾ, ਉਹ ਬਣੇਗਾ ਆਪਣਾ ਡਾਇਰੈਕਟ ਆਬਜੈਕਟ। ਜੋ ਡਾਇਰੈਕਟ ਆਬਜੈਕਟ ਨੂੰ ਰਿਸੀਵ ਕਰ ਰਿਹਾ ਉਹ ਆਪਣਾ ਬਣੇਗਾ ਇਨਡਾਇਰੈਕਟ ਆਬਜੈਕਟ। ਤਾਂ ਆਈ ਹੋਪ ਤੁਹਾਨੂੰ ਹੁਣ ਡਾਇਰੈਕਟ ਆਬਜੈਕਟ ਔਰ ਇਨਡਾਇਰੈਕਟ ਆਬਜੈਕਟ ਇੱਕ ਸੈਂਟੈਂਸ ਦੇ ਵਿੱਚੋਂ ਕਿਸ ਤਰ੍ਹਾਂ ਲੱਭਣੇ ਆ, ਕਿਸ ਨੂੰ ਡਾਇਰੈਕਟ ਔਰ ਕਿਸ ਨੂੰ ਇਨਡਾਇਰੈਕਟ ਕਹਿੰਦੇ ਆ, ਉਹ ਤੁਹਾਨੂੰ ਅੱਛੀ ਤਰ੍ਹਾਂ ਕਲੀਅਰ ਹੋ ਗਏ ਹੋਣਗੇ। ਸੈਂਟੈਂਸ ਦੇ ਵਿੱਚ ਦੋ ਪਾਰਟਸ ਹੁੰਦੇ ਆ, ਸਬਜੈਕਟ ਪਲੱਸ ਪ੍ਰੈਡੀਕੇਟ। ਸਬਜੈਕਟ ਜਿਵੇਂ ਜੌਨ ਹੋ ਗਿਆ, ਇਹਦੇ ਵਿੱਚ ਪ੍ਰੈਡੀਕੇਟ ਦੇ ਅੱਗੇ ਪਾਰਟਸ ਹੁੰਦੇ ਆ ਜਿਹਦੇ ਵਿੱਚ ਵਰਬ ਹੁੰਦਾ ਹੈ, ਇਨਡਾਇਰੈਕਟ ਆਬਜੈਕਟ ਹੁੰਦਾ ਹੈ, ਡਾਇਰੈਕਟ ਆਬਜੈਕਟ ਹੁੰਦਾ ਹੈ। ਵਰਬ ਉਹ ਵਰਡ ਜਿਸ ਤੋਂ ਸਾਨੂੰ ਕਿਸੇ ਐਕਸ਼ਨ ਦੇ ਹੋਣ ਬਾਰੇ ਪਤਾ ਚੱਲੇ। ਇਨਡਾਇਰੈਕਟ ਆਬਜੈਕਟ ਉਹ ਹੁੰਦਾ ਜੋ ਸਾਨੂੰ ਕਿਸੇ ਲਿਵਿੰਗ ਚੀਜ਼ ਨੂੰ ਜਿਹੜਾ ਰਿਪਰੈਜ਼ੈਂਟ ਕਰ ਰਿਹਾ, ਅਤੇ ਡਾਇਰੈਕਟ ਆਬਜੈਕਟ ਜਿਹੜਾ ਕਿਸੇ ਨੋਨ ਲਿਵਿੰਗ ਚੀਜ਼ ਨੂੰ ਰਿਪਰੈਜ਼ੈਂਟ ਕਰ ਰਿਹਾ। ਇੱਕ ਸੈਂਟੈਂਸ ਦੇ ਵਿੱਚ ਆਬਜੈਕਟਸ ਦੇ ਜਿਹੜੇ ਆਰਡਰ ਹੈਗੇ ਉਹ ਚੇਂਜ ਕੀਤੇ ਜਾ ਸਕਦੇ ਆ। ਇਨਡਾਇਰੈਕਟ ਆਬਜੈਕਟ ਨੂੰ ਅਗਰ ਅਸੀਂ ਪਿੱਛੇ ਲਿਖਣਾ ਹੈ, ਯਾਨੀ ਕਿ ਡਾਇਰੈਕਟ ਆਬਜੈਕਟ ਤੋਂ ਬਾਅਦ ਲਿਖਣਾ ਹੈ, ਤਾਂ ਉਸਨੂੰ ਕਿਸੇ ਪ੍ਰੈਪੋਜੀਸ਼ਨ ਦੇ ਨਾਲ ਲਿਖਣਾ ਹੋਏਗਾ, ਜਿਵੇਂ ਆਪਾਂ ਇਹਦੇ ਵਿੱਚ ਟੂ ਐਡ ਕੀਤਾ ਸੀ। ਤਾਂ ਆਈ ਹੋਪ ਤੁਹਾਨੂੰ ਇਹ ਜਿਹੜਾ ਕਲੀਅਰ ਹੋ ਗਿਆ ਹੋਏਗਾ ਕਿ ਪ੍ਰੈਡੀਕੇਟ ਦੇ ਪਾਰਟਸ ਕਿਹੜੇ ਹੁੰਦੇ ਆ, ਵਰਬ ਕਿਹੜਾ ਹੋ ਗਿਆ, ਇਨਡਾਇਰੈਕਟ ਆਬਜੈਕਟ ਕੀ ਹੋ ਗਿਆ, ਡਾਇਰੈਕਟ ਆਬਜੈਕਟ ਕੀ ਹੋ ਗਿਆ। ਇਸ ਤੋਂ ਬਾਅਦ ਰਹਿ ਗਿਆ ਆਪਣੇ ਫਰੇਜ਼ਿਸ ਜਿਹੜੇ ਹੈਗੇ ਆ ਉਹ ਡਿਟੇਲ ਦੇ ਵਿੱਚ ਆਪਾਂ ਆਪਣੀ ਆਉਣ ਵਾਲੀ ਵੀਡੀਓਜ਼ ਦੇ ਵਿੱਚ ਦੇਖਾਂਗੇ। ਤਾਂ ਫਰੇਜ਼ਿਸ ਨੂੰ ਆਪਾਂ ਜਿਹੜਾ ਅਗਲੀ ਆਉਣ ਵਾਲੀ ਵੀਡੀਓਜ਼ ਦੇ ਵਿੱਚ ਡਿਟੇਲ ਦੇ ਵਿੱਚ ਸਮਝਾਂਗੇ। ਇਸ ਵੀਡੀਓ ਦੇ ਵਿੱਚ ਆਪਾਂ ਪਾਰਟਸ ਆਫ ਸੈਂਟੈਂਸਿਸ ਦੇ ਵਿੱਚ ਆਪਾਂ ਪਹਿਲਾਂ ਸਬਜੈਕਟ ਸਮਝਿਆ, ਫਿਰ ਪ੍ਰੈਡੀਕੇਟ ਸਮਝਿਆ, ਕੁਝ ਐਗਜ਼ਾਮਪਲਸ ਦੇਖੀਆਂ, ਫਿਰ ਪ੍ਰੈਡੀਕੇਟਸ ਦੇ ਵੀ ਅੱਗੇ ਆਪਾਂ ਪਾਰਟ ਸਮਝੇ ਕਿ ਪ੍ਰੈਡੀਕੇਟਸ ਦੇ ਵਿੱਚ ਵਰਬ ਹੁੰਦਾ ਹੈ, ਵਰਬ ਕਿਸ ਨੂੰ ਕਹਿੰਦੇ ਆ, ਡਾਇਰੈਕਟ ਆਬਜੈਕਟ ਕਿਸ ਨੂੰ ਕਹਿੰਦੇ ਆ, ਇਨਡਾਇਰੈਕਟ ਆਬਜੈਕਟ ਕਿਸ ਨੂੰ ਕਹਿੰਦੇ ਆ, ਔਰ ਇਸਦਾ ਜੋ ਰਹਿ ਗਿਆ ਪਾਰਟ ਕਿ ਫਰੇਜ਼ਿਸ ਕਿਸ ਨੂੰ ਕਹਿੰਦੇ ਆ, ਇਸ ਨੂੰ ਆਪਾਂ ਆਉਣ ਵਾਲੀ ਵੀਡੀਓਜ਼ ਦੇ ਵਿੱਚ ਡਿਟੇਲ ਦੇ ਵਿੱਚ ਸਮਝਾਂਗੇ। ਆਈ ਹੋਪ ਤੁਹਾਨੂੰ ਜਿਹੜਾ ਸਾਰਾ ਆਪਣੀ ਵੀਡੀਓ ਦੇ ਵਿੱਚ ਅੱਜ ਸਮਝਿਆ ਉਹ ਕਲੀਅਰ ਹੋਇਆ ਹੋਏਗਾ। ਜੇ ਫਿਰ ਵੀ ਥੋੜਾ ਕੋਈ ਡਾਊਟ ਹੈ ਇਸ ਦੇ ਰਿਗਾਰਡਿੰਗ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਇੰਗਲਿਸ਼ 'ਤੇ ਅਗਰ ਤੁਸੀਂ ਈਡੀਅਮਸ ਔਰ ਫਰੇਜ਼ਲ ਵਰਬ ਸਿੱਖਣਾ ਚਾਹੁੰਦੇ ਹੋ ਤਾਂ ਆਪਾਂ ਫੇਸਬੁੱਕ 'ਤੇ ਇੱਕ ਸੀਰੀਜ਼ ਜਿਹੜੀ ਹੈ ਸ਼ੁਰੂ ਕੀਤੀ ਹੋਈ ਹੈ। ਤੁਸੀਂ ਆਪਣਾ ਫੇਸਬੁੱਕ ਦਾ ਚੈਨਲ ਵੀ ਜਿਹੜਾ ਉਸਨੂੰ ਫੋਲੋ ਕਰ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਈਡੀਅਮਸ ਤੇ ਫਰੇਜ਼ਲ ਵਰਬਸ ਆਪਣੀ ਸਪੀਕਿੰਗ ਨੂੰ ਵੀ ਅਤੇ ਆਪਣੀ ਇੰਗਲਿਸ਼ ਨੂੰ ਵੀ ਬਹੁਤ ਜ਼ਿਆਦਾ ਐਨਹਾਂਸ ਕਰ ਦਿੰਦੇ ਆ। ਅਤੇ ਜੇ ਤੁਹਾਨੂੰ ਵੀਡੀਓਜ਼ ਵਧੀਆ ਲੱਗ ਰਹੀਆਂ ਪਲੀਜ਼ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲੇਗੀ। ਥੈਂਕ ਯੂ।